ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਉੜਤਾ ਪੰਜਾਬ ਆਖਰ ਜਾਗ ਉਠੇ ਪਿੰਡ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਜਿਹੜਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਜ਼ੋਰ ਸ਼ੋਰ ਨਾਲ ਉੱਭਰ ਰਿਹਾ ਤੇ ਜੇ ਗੱਲ ਕਰੀਏ ਤਾਂ ਪਿਛਲੇ ਲਗਭਗ ਇੱਕ ਦਹਾਕੇ ਤੋਂ ਤਾਂ ਇਹ ਮੁੱਖ ਮੁੱਦਾ ਸਾਡੀ ਸਿਆਸਤ ਦਾ ਬਣਿਆ ਹੋਇਆ। ਵੱਖ-ਵੱਖ ਸਿਆਸੀ ਪਾਰਟੀਆਂ ਦੀ ਸਰਕਾਰਾਂ ਆਈਆਂ ਜਿਨ੍ਹਾਂ ਨੇ ਨਸ਼ਿਆਂ ਦਾ ਖਾਤਮਾ ਕਰਨ ਦਾ ਦਾਅਵਾ ਤਾਂ ਕੀਤਾ, ਲੋਕਾਂ ਨੂੰ ਵਾਅਦੇ ਵੀ ਕੀਤੇ, ਪਰ ਨਸ਼ਿਆਂ ਨੂੰ ਖਤਮ ਨਹੀਂ ਕਰ ਸਕੀਆਂ ਤੇ ਆਖਰਕਾਰ ਹੁਣ ਪੰਜਾਬ ਦੇ ਲੋਕ ਖੁਦ ਨਸ਼ਿਆਂ ਦੇ ਖਾਤਮੇ ਲਈ ਜਿਹੜਾ ਹੈਗਾ ਉੱਠ ਕੇ ਅੱਗੇ ਆ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਲੋਕਾਂ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ, ਕਿੱਧਰਲੇ ਪਾਸੇ ਇਹੋ ਜਿਹੀ ਮੁਹਿੰਮ ਜ਼ਿਆਦਾ ਚੱਲ ਰਹੀ ਹੈ ਜਾਂ ਇਸੇ ਕੀ ਰੁਝਾਨ ਰਹਿ ਰਹੇ ਨੇ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਨਸ਼ੇ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਇੱਕ ਮੇਨ ਇਸ਼ੂ ਦੇ ਤੌਰ ਤੇ ਉੱਭਰ ਰਹੇ ਨੇ ਔਰ ਖ਼ਾਸ ਤੌਰ ਤੇ ਜਦੋਂ ਵੀ ਕਿਸੇ ਪੰਜਾਬ ਦੇ ਵਿੱਚ ਛੋਟੀ ਵੱਡੀ ਇਲੈਕਸ਼ਨ ਹੁੰਦੀ ਹੈ ਤਾਂ ਨਸ਼ਿਆਂ ਦਾ ਮੁੱਦਾ ਜਿਹੜਾ ਹੁਣ ਉਹ ਮੁੱਖ ਮੁੱਦੇ ਦੇ ਤੌਰ ਤੇ ਉੱਭਰਦਾ ਹੈ ਔਰ ਖ਼ਾਸ ਤੌਰ ਤੇ ਜਿਹੜੀ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਜਿਹੜੇ ਚੋਣ ਮਨੋਰਥ ਪੱਤਰ ਨੇ ਉਹਨਾਂ ਦਾ ਵੀ ਹਿੱਸਾ ਬਣਦਾ ਹੈਗਾ ਜੀ। ਵੈਸੇ ਤਾਂ ਇਹ ਦੇਖਿਆ ਜਾਵੇ ਭਾਰਤੀ ਸਮਾਜ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਮੁੱਢ ਕਦੀਮ ਤੋਂ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੌਜੂਦ ਰਿਹਾ ਹੈ ਜੀ। ਔਰ ਜਿੰਨਾ ਟਾਈਮ ਇਹਦੇ ਕੋਈ ਇਕੱਲੇ ਸੋਸ਼ੋ ਇਕਨੋਮਿਕ ਇੰਪੈਕਟ ਪੈਂਦੇ ਰਹੇ ਉਹਨਾਂ ਟਾਈਮ ਨਸ਼ਿਆਂ ਦਾ ਮੁੱਦਾ ਜਿਹੜਾ ਇਸ ਤਰ੍ਹਾਂ ਨਹੀਂ ਉਛਲਿਆ ਕਦੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਹੈ। ਜੀ ਬਿਲਕੁਲ। ਪਹਿਲਾਂ ਪੰਜਾਬ ਦੇ ਵਿੱਚ ਟ੍ਰੈਡੀਸ਼ਨਲ ਨਸ਼ੇ ਹੁੰਦੇ ਸੀ, ਅਫੀਮ ਹੁੰਦੀ ਸੀ, ਪੋਸਤ ਹੁੰਦਾ ਸੀ ਜਾਂ ਸ਼ਰਾਬ ਤਾਂ ਹੁਣ ਵੀ ਹੈ ਜੀ। ਪਰ ਜਦੋਂ ਦੇ ਸਿੰਥੈਟਿਕ ਨਸ਼ੇ ਆਏ ਨੇ ਇਹ ਇਕੱਲਾ ਸੋਸ਼ੋ ਇਕਨੋਮਿਕ ਇੰਪੈਕਟ ਨਹੀਂ ਪਾ ਰਹੇ, ਉਹਦੇ ਨਾਲ ਜਾਨਲੇਵਾ ਵੀ ਸਾਬਤ ਹੋ ਰਿਹਾ। ਪੰਜਾਬ ਦਾ ਜਿਹੜਾ ਯੂਥ ਹੈ ਉਹ ਨਸ਼ਿਆਂ ਦੇ ਮੂੰਹ ਜਾ ਰਿਹਾ। ਨਿੱਤ ਸਾਨੂੰ ਇਹੋ ਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਕਿ ਅੱਜ ਫਲਾਣੇ ਥਾਂ ਤੋਂ ਜਿਹੜਾ ਨੌਜਵਾਨ ਹੈ ਉਹ ਸਰਿੰਜ ਸਮੇਤ ਹੈ ਜਿਹੜਾ ਮਰਿਆ ਪਾਇਆ ਗਿਆ। ਜੀ। ਹਰ ਰੋਜ਼ ਔਸਤਨ ਇੱਕ ਅੱਧੀ ਇੰਸੀਡੈਂਟ ਹੈ ਜੀ ਦੇਖਣ ਨੂੰ ਮਿਲਦੀ ਰਹੀ ਹੈ। ਬਿਲਕੁਲ। ਔਰ ਤੁਹਾਡੀ ਗੱਲ ਇਹ ਵੀ ਠੀਕ ਹੈ ਕਿ ਪਿਛਲੇ 10-12 ਸਾਲਾਂ ਤੋਂ ਇਹ ਜਿਹੜਾ ਰੁਝਾਨ ਹੈ ਉਹ ਕਾਫੀ ਤੇਜ਼ ਹੋਇਆ। ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੂੰ ਇਸ ਮਸਲੇ ਨੂੰ ਲੈ ਕੇ ਨਿਸ਼ਾਨੇ ਤੇ ਲਿਆ ਜਾਂਦਾ ਰਿਹਾ ਜੀ। ਇਹ ਵੀ ਆਪਾਂ ਨੂੰ ਯਾਦ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਅਮਰਿੰਦਰ ਸਿੰਘ ਨੇ ਇਹ ਕਸਮ ਖਾਧੀ ਸੀ ਗੁਟਕਾ ਸਾਹਿਬ ਦੀ ਕਿ ਉਹ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਜਿਹੜਾ ਲੱਕ ਤੋੜ ਦੇਣਗੇ। ਜੀ। ਅਕਾਲੀ ਭਾਜਪਾ ਗੱਠਜੋੜ ਦੇ ਦੌਰਾਨ ਵੀ ਨਸ਼ੇ ਜਾਰੀ ਰਹੇ। ਕਾਂਗਰਸ ਦੇ ਰਾਜ ਭਾਗ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਨੌਜਵਾਨ ਜਿਹੜੇ ਨਸ਼ਿਆਂ ਨਾਲ ਮਰਦੇ ਰਹੇ। ਜੀ। ਔਰ ਜਿਹੜੀ ਮੌਜੂਦਾ ਸਰਕਾਰ ਹੈ ਇਹਦੇ ਵਿੱਚ ਵੀ ਸਾਨੂੰ ਇਸ ਕਿਸਮ ਦਾ ਕੋਈ ਬਹੁਤਾ ਬਦਲਾਅ ਹੈ ਉਹ ਦੇਖਣ ਨੂੰ ਹਾਲੇ ਨਹੀਂ ਮਿਲ ਰਿਹਾ ਕਿ ਨਸ਼ੇ ਰੁਕ ਗਏ ਹੋਣ। ਜੀ। ਹੋ ਸਕਦਾ ਹੈ ਕਿ ਕੋਈ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਇਸ ਕਿਸਮ ਦੀ ਕੋਈ ਸਾਜ਼ਿਸ਼ ਹੋਵੇ ਜਿਹਦਾ ਸ਼ਿਕਾਰ ਪੰਜਾਬ ਨੂੰ ਬਣਾਇਆ ਜਾ ਰਿਹਾ ਹੋਵੇ, ਪਰ ਉਸ ਨੂੰ ਰੋਕਣਾ ਸਾਡੀ ਸੈਂਟਰ ਦੀਆਂ ਏਜੰਸੀਆਂ ਔਰ ਸਟੇਟ ਦੀਆਂ ਏਜੰਸੀਆਂ ਦਾ ਇੱਕ ਮੁੱਢਲਾ ਫਰਜ਼ ਵੀ ਬਣਦਾ ਹੈਗਾ। ਜੀ ਬਿਲਕੁਲ। ਖਾਸ ਕਰਕੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਦੋਂ ਅਸੀਂ ਲੋਕਾਂ ਨਾਲ ਵਾਅਦੇ ਕਰਕੇ ਆਉਣੇ ਆ ਤਾਂ ਉਹਨਾਂ ਨੂੰ ਅਸੀਂ ਉਹਨਾਂ ਤੇ ਫੁੱਲ ਚੜਾਈਏ। ਜੇ ਮੌਜੂਦਾ ਸਰਕਾਰ ਨੇ ਵਾਕਈ ਗਰੰਟੀਆਂ ਨੂੰ ਪੂਰੇ ਕਰਨ ਦਾ ਕਲੇਮ ਕੀਤਾ ਹੈ ਤਾਂ ਇਸ ਨੂੰ ਵੀ ਕੀਤਾ ਜਾਣਾ ਜਿਹੜਾ ਉਹ ਬਣਦਾ ਹੈ। ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਸਰਕਾਰਾਂ ਤੋਂ ਲੋਕਾਂ ਨੇ ਝਾਕ ਲਾਈ, ਪਹਿਲਾਂ ਅਮਰਿੰਦਰ ਸਿੰਘ ਤੇ ਲੋਕਾਂ ਨੇ ਭਰੋਸਾ ਕੀਤਾ, ਫੇਥ ਕੀਤਾ ਕਿ ਨਸ਼ੇ ਹੈ ਜਿਹੜੇ ਉਹ ਖਤਮ ਹੋ ਜਾਣਗੇ। ਫਿਰ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਾਲਾਂਕਿ ਇਹਨਾਂ ਨੇ ਸਹੁੰ ਨਹੀਂ ਚੁੱਕੀ ਸੀ ਪਰ ਇਹਨਾਂ ਤੇ ਲੋਕਾਂ ਦਾ ਭਰੋਸਾ ਹੀ ਐਡਾ ਵੱਡਾ ਸੀ ਕਿ ਬਿਨਾਂ ਗੁਟਕਾ ਸਾਹਿਬ ਦੀ ਸਹੁੰ ਚੁੱਕੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਕਿ ਇਹ ਨਸ਼ਿਆਂ ਨੂੰ ਖਤਮ ਕਰ ਦੇਣਗੇ। ਅਰਵਿੰਦ ਕੇਜਰੀਵਾਲ ਜਿਹੜੇ ਆਪ ਦੇ ਸੁਪਰੀਮੋ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਪਰ ਪੰਜਾਬ 'ਚ ਅਜੇ ਵੀ ਆਤਿਸ਼ ਉਸੇ ਤਰ੍ਹਾਂ ਹੀ ਮੁੰਡੇ ਆ ਜਿਹੜੇ ਡੇਲੀ ਮਰ ਰਹੇ ਨੇ। ਜੀ। ਹੁਣ ਸਰਕਾਰ ਇੱਕ ਆਪਣਾ ਸ਼ੀਸ਼ਾ ਦਿਖਾਉਂਦੀ ਆ ਅੰਕੜਿਆਂ ਵਾਲਾ ਕਿ ਅਸੀਂ ਪੰਜਾਬ ਦੇ ਵਿੱਚ ਇੰਨੇ ਜਿਹੜੇ ਤਸਕਰ ਫੜ ਲਏ ਨੇ, ਇੰਨੀਆਂ FIRs ਜਿਹੜੀਆਂ ਦਰਜ ਹੋ ਗਈਆਂ ਨੇ। ਇਹ ਕੰਮ ਤਾਂ ਪਹਿਲਾਂ ਜਦੋਂ ਵੀ ਰੌਲਾ ਪੈਂਦਾ ਸੀ ਨਸ਼ਿਆਂ ਦੇ ਖਿਲਾਫ ਤਾਂ ਅਕਾਲੀ ਭਾਜਪਾ ਸਰਕਾਰ ਵੀ ਕਰਦੀ ਰਹੀ ਹੈ। ਜੀ। ਉਹ ਵੀ ਵੱਡੇ ਵੱਡੇ ਬੋਰਡ ਲਗਾਉਂਦੇ ਰਹੇ ਨੇ ਔਰ ਇਹ ਕਲੇਮ ਕਰਦੇ ਰਹੇ ਅਕਾਲੀ ਭਾਜਪਾ ਸਰਕਾਰ ਕਿ ਅਸੀਂ 13,000 ਪਰਚੇ ਦਰਜ ਕਰ ਦਿੱਤੇ, 14,000 ਪਰਚੇ ਦਰਜ ਕਰਤੇ, ਜੇਲ੍ਹਾਂ ਤੋੜੀਆਂ ਜਾਂਦੀਆਂ ਸੀ ਨਸ਼ੇੜੀਆਂ ਨਾਲ। ਇਸ ਤਰ੍ਹਾਂ ਹੀ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਜਦੋਂ ਕੋਈ ਰੌਲਾ ਪੈਂਦਾ ਸੀ ਇਹ ਇਸ਼ੂ ਹਾਈਪ ਲੈਂਦਾ ਸੀ ਤਾਂ ਉਹ ਉਸ ਟਾਈਮ ਕਾਂਗਰਸ ਸਰਕਾਰ ਵੀ ਇਹੋ ਕਰਦੀ ਰਹੀ ਹੈ ਕਿ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ, ਟੀਚੇ ਦੇ ਦਿੱਤੇ ਜਾਂਦੇ ਸੀ SSPs ਨੂੰ। ਜੀ। ਤਾਂ ਉਹ ਫਿਰ ਰਾਤੋਂ ਰਾਤ ਜਿੰਨੇ ਵੀ
ਐਡਿਕਸ਼ਨ ਵਾਲੇ ਹੈਗੇ ਨਸ਼ੇੜੀ ਸੀਗੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰ ਦਿੰਦੇ ਸੀ। ਬਹੁਤ ਸਾਰੇ ਪਰਚੇ ਇਦਾਂ ਦੇ ਆਤਿਸ਼ ਪਹਿਲਾਂ ਵੀ ਦਰਜ ਹੁੰਦੇ ਰਹੇ ਆ ਜੀ, ਹੁਣ ਵੀ ਦਰਜ ਹੋਏ ਨੇ ਕਿ ਜਿਨ੍ਹਾਂ ਵਿੱਚ ਬਰਾਮਦ ਕੁਝ ਨਹੀਂ ਕੀਤਾ ਗਿਆ, ਪਰ NDPSC ਦਾ ਜਿਹੜਾ ਪਰਚਾ ਹੈ ਉਹ ਦਰਜ ਕਰ ਦਿੱਤਾ ਜਾਂਦਾ ਜੀ। ਹੁੰਦਾ ਕੀ ਉਹ ਨਾਲ ਦੀ ਨਾਲ ਨਸ਼ੇੜੀ ਜੇਲ੍ਹਾਂ 'ਚ ਰਿਹਾ ਹੋ ਜਾਂਦੇ ਨੇ। ਹੁਣ ਵੀ ਜੇਲ੍ਹਾਂ ਦੇ ਵਿੱਚ ਵੱਡਾ ਅੰਕੜਾ ਜਿਹੜਾ ਉਹ ਨਸ਼ੇੜੀਆਂ ਦਾ NDPS ਦੇ ਜਿਹੜੇ ਐਕਟ ਦੇ ਤਹਿਤ ਕੇਸ ਦਰਜ ਹੋਏ ਨੇ ਉਹਨਾਂ ਦਾ ਹੈਗਾ। ਬਿਲਕੁਲ। ਲੋਕਾਂ ਨੂੰ ਅੰਕੜਿਆਂ ਨਾਲ ਨਹੀਂ, ਲੋਕਾਂ ਨੂੰ ਕਿਸ ਚੀਜ਼ ਤੋਂ ਭਰੋਸਾ ਵੱਜੇਗਾ ਕਿ ਜਦੋਂ ਪੰਜਾਬ ਦੇ ਵਿੱਚ ਚਿੱਟੇ ਨਾਲ ਮੁੰਡੇ ਮਰਨੋਂ ਹਟਣਗੇ, ਬਿਲਕੁਲ। ਲੋਕਾਂ ਦੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸੱਥਰ ਵਿਛਣੋਂ ਹਟਣਗੇ। ਹਾਲਾਂਕਿ ਸਾਡੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਖੁਦ ਕਹਿੰਦੇ ਰਹੇ ਨੇ, ਸੱਥਰਾਂ ਦੀ ਗੱਲ ਕਰਦੇ ਰਹੇ ਨੇ, ਚਿੱਟੇ ਦੀ ਗੱਲ ਕਰਦੇ ਰਹੇ ਨੇ, ਚਿੱਟੀਆਂ ਚੁੰਨੀਆਂ ਦੀ ਗੱਲ ਕਰਦੇ ਰਹੇ ਨੇ। ਸੋ ਲੋਕਾਂ ਦੀਆਂ ਉਮੀਦਾਂ ਆਸਾਂ ਇਸ ਸਰਕਾਰ ਤੋਂ ਪਹਿਲਾਂ ਨਾਲੋਂ ਜ਼ਿਆਦਾ ਨੇ ਜੀ, ਕਿਉਂਕਿ ਇੱਕ ਭਰੋਸਾ ਨੂੰ ਦੇ ਕੇ 92 ਸੀਟਾਂ ਇਸ ਪਾਰਟੀ ਨੂੰ ਜਿਹੜੀਆਂ ਲੋਕਾਂ ਨੇ ਦਿੱਤੀਆਂ ਨੇ। ਹਾਲਾਂਕਿ ਉਦੋਂ ਪਹਿਲਾਂ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਸੀ, ਆਤਿਸ਼ ਯਾਦ ਹੋਊਗਾ, ਤਾਂ ਰਾਹੁਲ ਗਾਂਧੀ ਨੇ ਵੀ ਪੰਜਾਬ ਬਾਰੇ ਇਦਾਂ ਦੀਆਂ ਟਿੱਪਣੀਆਂ ਕੀਤੀਆਂ ਸੀ ਤੇ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਮੈਂ ਨਸ਼ਾ ਮੁਕਤ ਜਿਹੜਾ ਪੰਜਾਬ ਹੈ ਉਹ ਬਣਾਉਣਾ ਹੈ ਜੀ। ਤੇ ਮੌਜੂਦਾ ਸਰਕਾਰ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ। ਬਿਲਕੁਲ। ਜੇ ਸੱਚਮੁੱਚ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਪੰਜਾਬ ਦੇ ਨਕਸ਼ੇ ਤੋਂ ਜਿਹੜੇ ਇਹ ਨਸ਼ਿਆਂ ਤਸਕਰਾਂ ਦੇ ਨਸ਼ਿਆਂ ਦੇ ਚਿੱਟੇ ਦੇ ਦਾਗ ਲੱਗੇ ਨੇ ਇਹਨਾਂ ਨੂੰ ਪਹਿਲਾਂ ਧੋਣਾ ਪਏਗਾ। ਜੀ। ਇਹ ਧੋ ਕੇ ਹੀ ਅਸੀਂ ਨਵੇਂ ਰੰਗ ਹੈ ਜਿਹੜੇ ਉਹ ਨਕਸ਼ੇ ਦੇ ਵਿੱਚ ਭਰ ਸਕਦੇ ਹਾਂ। ਸੋ ਸਰਕਾਰਾਂ ਦੀ ਜ਼ਿੰਮੇਵਾਰੀ, ਜੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਸਮਝਦੀਆਂ ਨਿਭਾਉਂਦੀਆਂ, ਇਹਦੀ ਜਿਹੜੀ ਸਪਲਾਈ ਲਾਈਨ ਤੋੜਨ ਦੀ ਗੱਲ ਕਰਦੇ ਆ ਆਪਾਂ, ਉਹ ਕਦੇ ਨਹੀਂ ਹੁੰਦੀ। ਜਿਵੇਂ ਪੰਜਾਬੀ 'ਚ ਕਿਹਾ ਜਾਂਦਾ ਹੈ ਕਿ ਚੋਰ ਨੂੰ ਨਹੀਂ, ਚੋਰ ਦੀ ਮਾਂ ਨੂੰ ਮਾਰੋ। ਬਿਲਕੁਲ। ਪਰ ਇੱਥੇ ਕੀ ਨਸ਼ੇੜੀਆਂ ਨੂੰ ਫੜ ਲਿਆ ਜਾਂਦਾ, ਛੋਟੇ-ਮੋਟੇ ਤਸਕਰਾਂ ਨੂੰ ਫੜ ਲਿਆ ਜਾਂਦਾ ਹੈ, ਇੱਕ ਟੀਚੇ ਦਿਖਾ ਦਿੰਦੇ ਆ ਕਿ ਅਸੀਂ ਇੰਨਾ ਨਸ਼ਾ ਜਿਹੜਾ ਬਰਾਮਦ ਕਰ ਲਿਆ। ਲੋਕਾਂ ਨੂੰ ਮੈਟਰ ਇਹ ਨਹੀਂ ਕਰਦਾ ਕਿ ਕਿੰਨਾ ਨਸ਼ਾ ਤੁਸੀਂ ਬਰਾਮਦ ਕਰ ਲਿਆ, ਲੋਕਾਂ ਨੂੰ ਮੈਟਰ ਇਹ ਕਰਦਾ ਕਿ ਉਹਨਾਂ ਦੇ ਮੁੰਡੇ ਆ ਜਿਹੜੇ ਉਹ ਕਦੋਂ ਨਸ਼ੇ ਦੇ ਮੂੰਹੋਂ ਜਾਣੋਂ ਹਟਣਗੇ। ਜੀ, ਬਿਲਕੁਲ। ਇਸੇ ਕਰਕੇ ਜਦੋਂ ਸਰਕਾਰਾਂ ਤੋਂ ਬਹੁਤੀ ਹੋਪ ਨਾ ਰਹੀ ਤਾਂ ਲੋਕਾਂ ਨੂੰ ਲੱਗਿਆ ਕਿ ਸਾਡੇ ਕੋਲ ਇੱਕ ਬਹੁਤ ਵੱਡੀ ਐਗਜ਼ਾਮਪਲ ਕਿਸਾਨ ਅੰਦੋਲਨ ਦੀ ਆਤਿਸ਼ ਹੈ। ਜੀ। ਕਿਸਾਨ ਅੰਦੋਲਨ ਦੇ ਵਿੱਚ ਲੋਕਾਂ ਨੇ ਆਪਸੀ ਏਕੇ ਦੇ ਨਾਲ ਜਿਸ ਤਰ੍ਹਾਂ ਕੇਂਦਰ ਦੀ ਹਕੂਮਤ ਤੇ ਜਿੱਤ ਪ੍ਰਾਪਤ ਕੀਤੀ, ਉਹ ਇੱਕ ਆਪਣੇ ਆਪ 'ਚ ਇੱਕ ਮਿਸਾਲ ਹੈ। ਤਾਂ ਲੋਕਾਂ ਨੂੰ ਲੱਗਿਆ ਕਿ ਇਹ ਗੱਲ ਸਰਕਾਰਾਂ ਦੇ ਵੱਸ ਦੀ ਨਹੀਂ ਰਹੀ। ਹੁਣ ਜੀ, ਮੌਜੂਦਾ ਸਰਕਾਰ ਤੋਂ ਹਜੇ ਪੂਰੀ ਨਾਉਮੀਦੀ ਤਾਂ ਨਹੀਂ ਹੈ, ਲੋਕਾਂ ਨੂੰ ਇੱਕ ਆਸ ਹੈ, ਪਰ ਇਹ 1.5 ਸਾਲ ਦੀ ਕਾਰਗੁਜ਼ਾਰੀ ਖਾਸ ਕਰਕੇ ਨਸ਼ਿਆਂ ਦੇ ਇਸ਼ੂ ਤੇ ਉਹ ਤੋਂ ਬਾਹਲੀ ਲੋਕਾਂ ਦੀ ਤਸੱਲੀ ਨਹੀਂ ਹੈਗੀ, ਜਿਹਦੇ ਕਰਕੇ ਲੋਕ ਹੁਣ ਆਪ ਮੁਹਾਰੇ ਉੱਠੇ ਨੇ। ਹਾਲਾਂਕਿ ਪਹਿਲਾਂ ਇਹ ਇੱਕ ਸਿਆਸੀ ਮੁੱਦਾ ਰਿਹਾ ਹੈ, ਹੁਣ ਪਹਿਲੀ ਵਾਰ ਲੋਕਾਂ ਨੇ ਟੁੱਟਵੇਂ ਰੂਪ 'ਚ ਤਾਂ ਇਦਾਂ ਦੀਆਂ ਆਵਾਜ਼ਾਂ ਉੱਠਦੀਆਂ ਰਹੀਆਂ ਨੇ ਨਸ਼ਿਆਂ ਦੇ ਖਿਲਾਫ, ਰੈਲੀਆਂ ਵੀ ਹੁੰਦੀਆਂ ਰਹੀਆਂ ਨੇ, ਮਾਰਚ ਵੀ ਹੁੰਦੇ ਰਹੇ ਨੇ, ਪ੍ਰੋਟੈਸਟ ਹੁੰਦੇ ਰਹੇ ਨੇ, ਪਰ ਵੱਜਵੇਂ ਰੂਪ ਦੇ ਵਿੱਚ ਇੱਕ ਲੋਕ ਲਹਿਰ ਦੇ ਰੂਪ ਦੇ ਵਿੱਚ ਪਹਿਲੀ ਵਾਰ ਮੁੱਦਾ ਇਹ ਸੈਂਟਰ ਸਟੇਜ ਤੇ ਆਇਆ ਹੈਗਾ। ਇਹ ਆਪਾਂ ਨੂੰ ਪਤਾ ਹੈ ਕਿ ਪਰਮਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਹੈ ਮਾਨਸਾ ਦੇ ਵਿੱਚ, ਪਰਮਿੰਦਰ ਝੋਟਾ ਦੇ ਨਾਂ ਨਾਲ ਉਹ ਜਾਣੇ ਜਾਂਦੇ ਨੇ। ਉਹਨਾਂ ਨੇ ਇਹ ਕੰਪੇਨ ਕਾਫੀ ਅਗਰੈਸਿਵਲੀ ਸ਼ੁਰੂ ਕੀਤੀ ਸੀ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਜਿਹੜੇ ਤਰੀਕਾਕਾਰ ਹੈ ਉਹ ਪੁਆਇੰਟ ਆਊਟ ਹੁੰਦਾ ਰਿਹਾ ਹੈ। ਅਗਰ ਹੁਣ ਵੀ ਲੋਕ ਜਿਹੜੇ ਜਿੰਨੇ ਕੁ ਮੈਂ ਪਿਛਲੇ 2 ਹਫ਼ਤਿਆਂ ਤੋਂ ਦੇਖ ਰਿਹਾ ਹਾਂ, ਲੋਕ ਇੱਕ ਜਾਬਤੇ ਦੇ ਵਿੱਚ, ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਵਿੱਚ ਲੋਕ ਇੱਕ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਇੱਕ ਪੀਸਫੁਲ ਤਰੀਕੇ ਨਾਲ ਆਪਣਾ ਪ੍ਰੈਸ਼ਰ ਬਿਲਡ ਕਰ ਰਹੇ ਸੀ ਇਕੱਠੇ ਹੋ ਕੇ, ਠੀਕ ਉਸੇ ਤਰ੍ਹਾਂ ਦਾ ਪੈਂਤੜ ਹੈ ਜਿਹੜਾ ਮਾਲਵੇ ਦੇ ਤਕਰੀਬਨ 8-10 ਜ਼ਿਲ੍ਹਿਆਂ ਦੇ ਵਿੱਚ ਲੋਕ ਹੈ ਲੈ ਰਹੇ ਨੇ। ਖਾਸ ਕਰਕੇ ਇਹ 125 ਤੋਂ ਉੱਪਰ ਪਿੰਡ ਹੈ ਜਿਹਾ ਹੋ ਸਕਦਾ ਮਾਲਵੇ ਦਾ, ਜਿਹਦੇ ਵਿੱਚ ਇਹ ਲਹਿਰ ਹੈ ਜਿਹੜੀ ਜ਼ੋਰ ਫੜ ਗਈ ਹੈ। ਨਿੱਤ ਪ੍ਰੋਟੈਸਟ ਹੋ ਰਹੇ ਨੇ ਪਿੰਡਾਂ ਦੇ ਵਿੱਚ। ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਇਹਦੇ ਨਾਲ ਸਰਕਾਰਾਂ ਤੇ ਇੱਕ ਦਬਾਅ ਵੀ ਬਣੇਗਾ। ਜਿਵੇਂ ਆਪਾਂ ਕਹਿੰਦੇ ਨੇ ਕਿ ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ, ਇਹ ਠੀਕ ਹੈ ਕਿ ਲੋਕਾਂ ਦੇ ਸਾਥ ਬਿਨਾਂ ਕਿਸੇ ਚੀਜ਼ ਨੂੰ ਜੜੋਂ ਨਹੀਂ ਪੁੱਟਿਆ ਜਾ ਸਕਦਾ। ਇਹ ਇੱਕ ਲੰਬੀ ਲੜਾਈ ਹੈ, ਲੜਨੀ ਪਏਗੀ, ਠਰਮੇ ਨਾਲ ਲੜਨੀ ਪਏਗੀ। ਔਰ ਜਿਸ ਤਰ੍ਹਾਂ ਕਿਸਾਨਾਂ ਨੇ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਜੰਗ ਲੜੀ ਸੀ, ਉਸ ਤਰ੍ਹਾਂ ਹੀ ਅੱਜ ਹੁਣ ਜਵਾਨੀ ਤੇ ਕਿਸਾਨੀ ਰਲ ਕੇ ਜਿਹੜੀਆਂ ਪੰਜਾਬ ਦੀਆਂ ਨਸਲਾਂ ਨੇ ਆਉਣ ਵਾਲੀਆਂ, ਉਹਨਾਂ ਨੂੰ ਬਚਾਉਣ ਲਈ ਇਹ ਜੰਗ ਹੈ ਜਿਹੜੀਆਂ ਲੜ ਰਹੀਆਂ ਨੇ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਮਾਲਵਾ ਦੇ ਲਗਭਗ 8-10 ਜ਼ਿਲ੍ਹਿਆਂ ਦੇ 125 ਤੋਂ ਵੱਧ ਪਿੰਡਾਂ 'ਚ ਇਹ ਮੁਹਿੰਮ ਚੱਲ ਰਹੀ ਹੈ, ਤਾਂ ਅਸੀਂ ਜਾਣਨਾ ਚਾਹਾਂਗੇ ਉੱਥੇ ਕਿਹੜੇ-ਕਿਹੜੇ ਪਿੰਡ ਇਹੋ ਜਿਹੇ ਮੁੱਖ ਰਹਿ ਰਹੇ ਨੇ ਜਿੱਥੇ ਮੁਹਿੰਮ ਦੀ ਸ਼ੁਰੂਆਤ ਹੋਈ ਹੈ ਜਾਂ ਜ਼ੋਰ ਸ਼ੋਰ ਨਾਲ ਉਸਨੇ ਬਹੁਤ ਜ਼ੋਰ ਸ਼ੋਰ ਨਾਲ ਅੱਗੇ ਵੱਧ ਰਹੀ ਹੈ। ਇਸ ਦੇ ਨਾਲ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਲੋਕ ਇਹੋ ਜਿਹਾ ਕਰ ਕੀ ਰਹੇ ਨੇ ਵੀ ਕਿ ਜਿਸ ਨਾਲ ਨੌਜਵਾਨੀ ਨੂੰ ਨਸ਼ਿਆਂ ਤੋਂ ਰੋਕਿਆ ਜਾ ਸਕੇ, ਨਸ਼ਿਆਂ ਦੀ ਜਿਹੜੀ ਸਪਲਾਈ ਚੇਨ ਕਹਿ ਲਓ ਜਾਂ ਨਸ਼ਿਆਂ ਦਾ ਖਾਤਮਾ ਜਿਹੜਾ ਹੈਗਾ ਉਹ ਯਕੀਨੀ ਬਣਾਇਆ ਜਾ ਸਕੇ, ਇਸ ਬਾਰੇ ਵੀ ਚਾਨਣਾ ਪਾਓ। ਦੇਖੋ, ਮਾਲਵੇ ਦੇ ਆਪਾਂ ਜੇ ਕਹਿ ਦਈਏ ਕਿ ਕਿਸੇ ਵੇਲੇ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਰਵਾਇਤੀ ਨਸ਼ੇ ਨੇ ਉਹਦਾ ਜਿਹੜਾ ਮੁੱਢ ਹੈ ਉਹ ਜ਼ਿਆਦਾ ਯੂਜ਼ ਹੁੰਦੇ ਸੀ,
ਬਠਿੰਡਾ ਮਾਨਸਾ ਦੇ ਵਿੱਚ, ਪੁਰਾਣਾ ਬਠਿੰਡਾ ਵੀ ਕਿਹਾ ਜਾਂਦਾ ਸੀ, ਉਹਦੇ ਵਿੱਚੋਂ ਫਿਰ ਮਾਨਸਾ ਬਣਿਆ ਹੈਗਾ। ਔਰ ਜਿਹੜੀ ਹੁਣ ਨਵੀਂ ਲੋਕ ਲਹਿਰ ਚੱਲੀ ਹੈਗੀ ਹੈ, ਇਹਦਾ ਵੀ ਮੁੱਢ ਹੈ ਜਿਹੜਾ ਉਹ ਬਠਿੰਡਾ ਮਾਨਸਾ ਤੋਂ ਹੀ ਵੱਜ ਰਿਹਾ, ਕਿਉਂਕਿ ਇਹ ਤਾਂ ਇਲਾਕਾ ਹੀ ਲਹਿਰਾਂ ਵਾਲਾ ਰਿਹਾ ਸ਼ੁਰੂ ਤੋਂ ਹੀ, ਹਨਾ। ਇਹਨਾਂ ਨੇ ਹੀ ਅਗਵਾਈ ਕੀਤੀ ਹੈ, ਕਿਸਾਨ ਅੰਦੋਲਨ ਦੇ ਵਿੱਚ ਵੱਡੀ ਪਾਰਟੀਸਪੇਸ਼ਨ ਹੈ ਉਹ ਬਠਿੰਡਾ ਮਾਨਸਾ ਦੀ ਜਿਹੜੀ ਰਹੀ ਹੈ। ਹਾਲਾਂਕਿ ਪਹਿਲਾਂ ਜਦੋਂ ਆਤਿਸ਼ ਇਹ ਨਹੀਂ ਕਿ ਪੰਚਾਇਤਾਂ ਹੁਣ ਉੱਠੀਆਂ ਨੇ, ਲੋਕ ਹੁਣ ਉੱਠੇ ਨੇ, ਪਹਿਲਾਂ ਸਰਕਾਰਾਂ ਤੇ ਜਦੋਂ ਦਬਾਅ ਬਣਾਉਂਦੀ ਸੀ ਪੁਲਿਸ ਤੇ, ਤਾਂ ਪੁਲਿਸ ਵਾਲੇ ਕੀ ਕਰਦੇ ਸੀ ਕਿ ਪੰਚਾਇਤਾਂ ਨੂੰ ਕਹਿੰਦੇ ਸੀ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਮਤੇ ਪਾਓ। ਉਹ ਇੱਕ ਪ੍ਰੈਸ਼ਰ ਹੇਠ ਮਤੇ ਪਾਏ ਜਾਂਦੇ ਸੀ। ਜਿਹੜੇ ਹੁਣ ਮਤੇ ਪਾਏ ਜਾ ਰਹੇ ਨੇ ਜਾਂ ਹੁਣ ਜਿਹੜੇ ਪ੍ਰੋਟੈਸਟ ਹੋ ਰਹੇ ਨੇ, ਇਹ ਆਪ ਮੁਹਾਰੇ ਨੇ, ਇਹਨਾਂ 'ਚ ਫਰਕ ਹੈ। ਲੋਕ ਮੈਂਟਲੀ ਖੁਦ ਪ੍ਰਪੇਅਰ ਹੋਏ ਨੇ ਕਿ ਇਹ ਨਸ਼ਾ ਰੋਕਣਾ ਹੈ, ਤਾਂ ਉਹ ਖੁਦ ਹੀ ਨਸ਼ੇ ਦਾ ਜਿਹੜਾ ਨਾਸ਼ ਹੈ ਉਹ ਕਰ ਸਕਦੇ ਨੇ। ਜਿਵੇਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਦੁੱਲੇਵਾਲਾ, ਉੱਥੇ 24 ਘੰਟੇ ਲਈ ਲੋਕਾਂ ਨੇ ਠੀਕਰੀ ਪਹਿਰਾ ਲਗਾ ਦਿੱਤਾ ਹੈਗਾ। ਉਹਨਾਂ ਦੇ ਵਿੱਚ ਯੂਥ ਵੀ ਹੈ, ਉਹਨਾਂ ਦੇ ਵਿੱਚ ਬਜ਼ੁਰਗ ਵੀ ਹੈ, ਨਵੀਂ ਪੀੜ੍ਹੀ ਵੀ ਹੈ। ਔਰ ਪਿੰਡ ਦੇ ਨਸ਼ੇੜੀਆਂ ਨੂੰ ਸਨਾਖਤ ਕਰਕੇ ਉਹ ਭਰਤੀ ਵੀ ਕਰਾ ਰਹੇ ਨੇ, ਔਰ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ। ਪਿੰਡ ਦੇ ਵਿੱਚ ਕੋਈ ਵੀ ਆਉਂਦਾ ਹੈਗਾ ਉਹਦੀ ਪਹਿਲਾਂ ਤਲਾਸ਼ੀ ਲਈ ਜਾਂਦੀ ਹੈ। ਔਰ ਟੋਟਲੀ ਕੰਮ ਹੈ ਜਿਹੜਾ ਇੱਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਜਾ ਰਿਹਾ ਹੈ, ਪੁਲਿਸ ਨਾਲ ਤਾਲਮੇਲ ਰੱਖਿਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਭਗਤਾ ਭਾਈ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਘਟਨਾ ਹੋਈ, ਉੱਥੇ 2 ਨਸ਼ੇੜੀ ਲੋਕਾਂ ਨੇ ਫੜੇ ਨੇ। ਇਸ ਤਰ੍ਹਾਂ ਭਾਈ ਰੂਪਾ ਪਿੰਡ ਇਕੱਠਾ ਹੋ ਕੇ ਉਹਨਾਂ ਨੇ ਵੀ ਸਾਰੇ ਪਾਸੇ ਇਸ ਕਿਸਮ ਦੀ ਨਾਕੇਬੰਦੀ ਕੀਤੀ ਹੋਈ ਹੈ। ਜਦੋਂ ਵੀ ਕੋਈ ਨਸ਼ੇੜੀ ਜਾਂ ਤਸਕਰ ਪਿੰਡ ਦੇ ਵਿੱਚ ਆਉਂਦਾ ਉਹਦੇ ਰਾਹ ਰੋਕੇ ਜਾ ਰਹੇ ਹੈ। ਇਸ ਤਰ੍ਹਾਂ ਹੀ ਮੋਗਾ ਜ਼ਿਲ੍ਹੇ ਦਾ ਪਿੰਡ ਹੈ ਘੱਲ ਕਲਾਂ, ਉੱਥੋਂ ਦਾ ਸਰਪੰਚ ਹੈ ਸਿਮਰਨਜੀਤ ਸਿੰਘ। ਉਹਨੇ ਮੈਨੂੰ ਅੱਜ ਦੱਸਿਆ ਕਿ ਸਾਡੇ ਪਿੰਡ ਤੋਂ ਥੋੜੀ ਦੂਰ ਹੀ ਪੁਰਾਣੀ ਨਹਿਰੀ ਕੋਠੀ ਸੀ, ਉਹਦਾ ਇੱਕ ਕਮਰਾ ਸੀ, ਉੱਥੇ ਸਾਰੇ 2-3 ਪਿੰਡਾਂ ਦੇ ਨਸ਼ੇੜੀ ਜਿਹੜੇ ਇਕੱਠੇ ਹੋ ਕੇ ਟੀਕੇ ਲਾਉਂਦੇ ਸੀਗੇ। ਤਾਂ ਅਸੀਂ ਕਹਿੰਦੇ ਖੁਦ ਹੀ ਪਿੰਡ ਦਾ ਇਕੱਠ ਕਰਕੇ ਵੀਰਵਾਰ ਵਾਲੇ ਦਿਨ, ਨਾਲੇ ਤਾਂ ਉਹ ਕਮਰੇ ਜੇ ਢਾਹ ਦਿੱਤੇ, ਢਹਿਣ ਵਾਲੇ ਸੀ ਕਹਿੰਦੇ। ਉਸ ਤੋਂ ਬਾਅਦ ਅਸੀਂ ਜਾ ਕੇ ਦੇਖਿਆ, ਕਹਿੰਦੇ ਵੀ ਹੁਣ ਉੱਥੇ ਕੋਈ ਨਹੀਂ ਹੁੰਦਾ। ਤੇ ਨਾਲ ਹੀ ਉਹਨਾਂ ਪੰਚਾਇਤ ਨੇ ਇਹ ਫੈਸਲਾ ਕੀਤਾ ਹੈਗਾ ਕਿ ਉਹ ਅੱਗੇ ਤੋਂ ਵੀ ਪਹਿਲਾਂ ਵੀ ਕਰ ਰਹੇ ਸੀ, ਉਹ ਕਹਿੰਦੇ ਅੱਗੇ ਤੋਂ ਕੋਈ ਵੀ ਜਿਹੜਾ ਨਸ਼ਾ ਤਸਕਰ ਹੋਏਗਾ ਉਹਦੀ ਪੈਰਵਾਈ ਪਿੰਡ ਦੀ ਪੰਚਾਇਤ, ਪਿੰਡ ਦਾ ਪੰਚਾਇਤ ਮੈਂਬਰ ਕੋਈ ਨਹੀਂ ਕਰੇਗਾ ਆਉਣ ਵਾਲੇ ਦਿਨਾਂ 'ਚ। ਬਲਕਿ ਬਲਾਕ ਮੋਗਾ ਜੇ 2 ਕਿਹਾ ਜਾਂਦਾ ਹੈ, ਉਹਦੇ ਸਾਰੇ ਪਿੰਡਾਂ ਦਾ ਵੀ ਇਕੱਠ ਹੋ ਚੁੱਕਾ ਹੈ। ਸਾਰੇ ਪਿੰਡਾਂ ਨੇ 21 ਮੈਂਬਰੀ ਜਿਹੜੀ ਕਮੇਟੀ, ਐਕਸ਼ਨ ਕਮੇਟੀ ਬਣਾਈ ਹੈ। ਉਹਨਾਂ ਨੇ ਕਿਹਾ ਕਿ ਹੁਣ ਆਪਾਂ ਨੂੰ ਦੇਖੋ, ਪ੍ਰਸ਼ਾਸਨ ਦਾ ਸਹਿਯੋਗ ਤਾਂ ਪਹਿਲਾਂ ਦੇਖ ਹੀ ਲਿਆ ਆਪਾਂ। ਜੇ ਪ੍ਰਸ਼ਾਸਨ ਜਾਂ ਪੁਲਿਸ ਕੁਝ ਕਰਨਾ ਹੁੰਦਾ ਤਾਂ ਤਸਕਰੀ ਹੈ ਜਿਹੜੀ ਰੁਕ ਸਕਦੀ ਸੀ। ਹੁਣ ਸਾਰੇ ਸਰਪੰਚਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ 21 ਮੈਂਬਰੀ ਕਮੇਟੀ ਬਣਾ ਕੇ ਪੂਰੇ ਬਲਾਕ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਕੰਪੇਨ ਚਲਾਈ ਹੈ। ਫਾਜ਼ਿਲਕਾ ਦੇ ਵਿੱਚ ਇੱਕ ਬਜ਼ੁਰਗ ਹੈਗਾ ਗੁਰਸਿੱਖ, ਉਹਨੇ ਇਸ ਤਰ੍ਹਾਂ ਦੀ ਕੰਪੇਨ ਚਲਾਈ ਹੋਈ ਹੈ। ਹਾਲਾਂਕਿ ਜਿਹੜੇ ਲੋਕ ਇਹ ਕਮੇਟੀਆਂ ਬਣਾ ਕੇ ਰੋਕ ਰਹੇ ਨੇ, ਇੱਕ ਢਪਾਲੀ ਪਿੰਡ ਹੈ ਬਠਿੰਡੇ ਦਾ ਆਤਿਸ਼, ਉੱਥੇ ਮੈਂ ਪਿਛਲੇ ਟਾਈਮ ਦੇ ਵਿੱਚ ਜਦੋਂ ਬਠਿੰਡਾ ਹੁੰਦਾ ਸੀ ਕਾਫੀ ਸਟੋਰੀਆਂ ਕਰਦਾ ਰਿਹਾ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਉੱਥੇ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ, ਔਰ ਉਹ ਪਿੰਡ ਦਾ ਇੰਨਾ ਏਕਾ ਰਿਹਾ ਹੈ ਕਿ ਉਹਨਾਂ ਨੇ ਪਿੰਡ ਦੇ ਵਿੱਚ ਕਦੇ ਸ਼ਰਾਬ ਵਾਲਾ ਠੇਕਾ ਨਹੀਂ ਸੀ ਖੁੱਲ੍ਹਣ ਦਿੱਤਾ। ਪਰ ਪਿਛਲੇ ਟਾਈਮਾਂ ਜਦੋਂ ਚਿੱਟੇ ਦਾ ਜ਼ੋਰ ਫੜ ਗਿਆ, ਸਿੰਥੈਟਿਕ ਨਸ਼ਾ ਆ ਗਿਆ, ਤੇ ਪਿੰਡ ਦੇ ਲੋਕ ਕਮਜ਼ੋਰ ਪੈ ਗਏ। ਤੇ ਹੁਣ ਪਤਾ ਲੱਗੇ ਕਿ ਢਪਾਲੀ ਪਿੰਡ ਦੇ ਲੋਕਾਂ ਨੇ ਫੇਰ ਹੈ ਜਿਹੜਾ ਮੋਰਚਾ ਉਸੇ ਤਰ੍ਹਾਂ ਹੀ ਸੰਭਾਲਿਆ ਹੋਇਆ ਹੈ। ਅੱਜ ਮੈਨੂੰ ਪਤਾ ਲੱਗਿਆ ਕਿ ਬਠਿੰਡੇ ਦੇ ਘੁੰਮਣ ਕਲਾਂ ਤੇ ਕੋਟ ਫੱਤਾ ਦੇ ਵਿੱਚ ਕਮੇਟੀਆਂ ਬਣੀਆਂ ਨੇ, ਉੱਥੇ ਮਾਰਚ ਵੀ ਹੋਏ ਨੇ। ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਜਿਹੜੀ ਐਕਸ਼ਨ ਕਮੇਟੀ ਬਣੀ ਹੈ ਨਸ਼ਿਆਂ ਦੇ ਖਿਲਾਫ, ਉਹਨੇ 14 ਅਗਸਤ ਨੂੰ ਇੱਕ ਵੱਡਾ ਜਿਹੜਾ ਇਕੱਠ ਹੈ ਉੱਥੇ ਸੱਦਿਆ ਹੋਇਆ ਹੈ। ਇਸ ਤਰ੍ਹਾਂ ਜਿਹੜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹੈ, ਉਹਨੇ ਵੀ ਇਹ ਫੈਸਲਾ ਕੀਤਾ ਕਿ ਉਹ ਪਿੰਡ ਹੈ ਜਿਹੜਾ ਨਸ਼ਿਆਂ ਦੇ ਖਿਲਾਫ ਹੈ ਇੱਕ ਮਾਰਚ ਹੈ ਜਿਹੜਾ ਉਹ ਕਰਨਗੇ। ਔਰ 10 ਅਗਸਤ ਨੂੰ ਸਿੱਧੂਪੁਰ ਜਿਹੜੀ ਜਥੇਬੰਦੀ ਹੈ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਨਸ਼ਿਆਂ ਦੇ ਖਿਲਾਫ ਤੇ ਹੋਰ ਇਸ਼ੂਆਂ ਤੇ ਜਿਹੜੇ ਮੈਮੋਰੰਡਮ ਹੈ ਉਹ ਵੀ ਦੇਣੇ ਹੈ। ਇਸ ਤਰ੍ਹਾਂ ਹੀ ਬਰਨਾਲਾ ਜ਼ਿਲ੍ਹੇ ਦਾ ਪਿੰਡ ਢਿੱਲਮਾ, ਉੱਥੇ ਵੀ ਚਿੱਟਾ ਮੁਕਤ ਕਮੇਟੀ ਇੱਕ ਬਣਾਈ ਹੈ ਲੋਕਾਂ ਨੇ ਇਕੱਠੇ ਹੋ ਕੇ। ਉੱਥੋਂ ਦਾ ਇੱਕ ਲੜਕਾ ਹੈਗਾ ਸੁਖਵਿੰਦਰ, ਉਹ ਕਾਫੀ ਬੌਗਣਾ ਹੈਗਾ, ਉਹ ਉਹਦੀ ਅਗਵਾਈ ਕਰ ਰਿਹਾ, ਹੋਰ ਲੋਕ ਕਰ ਰਹੇ ਨੇ। ਉਹਨਾਂ ਨੇ ਅਲਟੀਮੇਟਮ ਦਿੱਤਾ ਹੈ ਕਿ 15 ਅਗਸਤ ਤੱਕ ਜੇ ਪ੍ਰਸ਼ਾਸਨ ਨੇ ਚਿੱਟੇ ਵਾਲੇ ਜਿਹੜੇ ਤਸਕਰ ਨੇ ਨਾ ਫੜੇ ਤਾਂ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਐਕਸ਼ਨ ਹੈ ਉਹ ਸ਼ੁਰੂ ਕਰਾਂਗੇ। ਇਸ ਤਰ੍ਹਾਂ ਧਨੌਲਾ ਦੇ ਵਿੱਚ ਹੋਇਆ, ਫਾਜ਼ਿਲਕਾ 'ਚ ਹੋਇਆ, ਮੁਕਤਸਰ ਦਾ ਪਿੰਡ ਖੋਖਰ ਹੈ, ਉੱਥੇ ਕਮੇਟੀਆਂ ਬਣੀਆਂ ਨੇ। ਇਸ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਬਡਰੁੱਖਾਂ ਦੇ ਵਿੱਚ, ਹੋਰ ਕਈ ਪਿੰਡਾਂ ਦੇ ਵਿੱਚ ਇਸ ਕਿਸਮ ਦੇ ਮਤੇ ਆ ਜਿਹੜੇ ਪਾਏ ਗਏ ਨੇ। ਸੋ ਇਹ ਇੱਕ ਚੰਗਾ ਸੰਕੇਤ ਹੈ, ਇੱਕ ਚੰਗਾ ਸੁਨੇਹਾ ਹੈ ਪੰਜਾਬ ਦੇ ਲਈ ਕਿ ਜੇ ਪੰਜਾਬ ਦੇ ਲੋਕ ਖੁਦ ਉੱਠਣਗੇ ਤਾਂ ਉਹਦਾ ਇੱਕ ਨਤੀਜਾ ਇਹ ਹੋਏਗਾ ਕਿ ਇੱਕ ਤਾਂ ਪਿੰਡਾਂ ਦੇ ਵਿੱਚ ਸਿਆਸੀ ਲੋਕਾਂ ਨੇ ਜਿਹੜੀ ਧੜੇਬੰਦੀ ਪਾਲੀ ਹੋਈ ਸੀ ਉਹ ਖਤਮ ਹੋਏਗੀ, ਉਹਦਾ ਖਾਤਮਾ ਹੋਏਗਾ। ਲੋਕਾਂ ਦੇ ਵਿੱਚ ਇੱਕ ਯੂਨਿਟੀ ਦੀ ਤੰਦ ਹੈ ਉਹ ਬਣੇਗੀ। ਦੂਸਰਾ, ਲੋਕਾਂ ਸਰਕਾਰ ਤੇ ਇੱਕ ਦਬਾਅ ਬਿਲਡ ਹੋਏਗਾ। ਪੋਲੀਟੀਕਲ ਪਾਰਟੀਆਂ ਨੂੰ ਮੌਕਾ ਨਹੀਂ ਮਿਲੇਗਾ, ਕਿਉਂਕਿ ਨਸ਼ਿਆਂ ਦਾ ਪਸਾਰ ਪੋਲੀਟੀਕਲ ਪਾਰਟੀਆਂ ਕੀ ਕਰਦੀਆਂ ਨੇ
ਕਿ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਨਸ਼ੇੜੀ ਲੋਕਾਂ ਦਾ ਫਾਇਦਾ ਲੈਂਦੀਆਂ ਨੇ, ਬਿਲਕੁਲ ਉਹਨਾਂ ਦਾ ਨਸ਼ਿਆਂ ਦਾ ਭੰਡਾਰਾ ਹੁੰਦਾ ਹੈ। ਇਹ ਤਾਂ ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਐਤਕੀ ਚੋਣਾਂ ਲੜੀਆਂ ਨੇ, ਤਾਂ ਇਹ ਨਵੀਂ ਚੀਜ਼ ਸਾਨੂੰ ਦੇਖਣ ਨੂੰ ਮਿਲੀ ਐਤਕੀ ਚੋਣਾਂ ਦੇ ਵਿੱਚ ਕਿ ਨਸ਼ਿਆਂ ਦਾ ਤੇ ਜਿਹੜਾ ਪੈਸੇ ਦਾ ਬੋਲਬਾਲਾ ਪਹਿਲਾਂ ਨਾਲੋਂ ਘਟਿਆ। ਸੋ ਲੋਕਾਂ ਦੀ ਇਹ ਪਹਿਲ ਚੰਗੀ ਹੈਗੀ ਹੈ। ਲੋਕ ਪਹਿਲ ਕਰਨਗੇ ਤਾਂ ਸਰਕਾਰਾਂ ਦੀ ਵੀ ਜਾਗ ਖੁੱਲੇਗੀ, ਸਰਕਾਰਾਂ ਤੇ ਪ੍ਰੈਸ਼ਰ ਬਿਲਡ ਹੋਏਗਾ, ਨਸ਼ਾ ਤਸਕਰਾਂ ਨੂੰ ਜਿਹੜੇ ਕੰਨ ਹੋਣਗੇ। ਸੋ ਮੈਂ ਤਾਂ ਇਸ ਨੂੰ ਇੱਕ ਚੰਗਾ ਸ਼ਗਨ ਮੰਨਦਾ ਜੀ। ਚਰਨਜੀਤ ਜੀ, ਪਿਛਲੇ ਦਿਨੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਇਹ ਗੱਲ ਮੰਨੀ ਸੀ ਵੀ ਕਿ ਪੰਜਾਬ 'ਚ ਜਿਹੜੀ ਨਸ਼ਿਆਂ ਦੀ ਸਪਲਾਈ ਲਈ ਡਰੋਨਾਂ ਦੀ ਵਰਤੋਂ ਜਿਹੜੀ ਹੈਗੀ ਕੀਤੀ ਜਾਂਦੀ ਹੈ, ਕੁਝ ਉੱਧਰੋਂ ਵੀ ਸਪਲਾਈ ਹੁੰਦੀ ਹੈ, ਕਿ ਇਹ ਗੱਲ ਉੱਧਰੋਂ ਮੰਨੀ ਗਈ ਸੀ। ਪਰ ਕਿਤੇ ਨਾ ਕਿਤੇ ਜੇ ਅਸੀਂ ਇੱਧਰ ਦੇਖਦੇ ਹਾਂ ਤਾਂ ਸਾਡੇ ਕੋਈ ਵੀ ਇਸ ਤਰ੍ਹਾਂ ਮੰਨਣ ਨੂੰ ਤਿਆਰ ਨਹੀਂ ਹੁੰਦਾ ਵੀ ਕਿ ਵਾਕਈ ਸਾਡੇ ਇੰਨੇ ਵੱਡੇ ਪੱਧਰ 'ਤੇ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ। ਤਾਂ ਇਹੋ ਜਿਹੇ ਹਾਲਾਤ 'ਚ ਵੀ ਕਿ ਪਾਕਿਸਤਾਨੀ ਮੰਨ ਰਹੇ ਨਹੀਂ, ਤਾਂ ਸਾਡੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖੋਗੇ? ਸਰਕਾਰ ਕੀ ਕੁਝ ਕਰ ਰਹੀ ਹੈ ਜਾਂ ਕੀ ਕੁਝ ਕਰਨਾ ਚਾਹੀਦਾ ਸਰਕਾਰ? ਦੇਖੋ, ਇਹ ਤਾਂ ਇੱਕ ਸੱਚ ਹੈਗਾ ਆਤਿਸ਼ ਕਿ ਅਸੀਂ ਜਿਹੜਾ ਸੂਬਾ ਸਾਡਾ ਉਹ ਕੌਮਾਂਤਰੀ ਸੀਮਾ ਦੇ ਨਾਲ ਲੱਗਦਾ ਹੈਗਾ, ਔਰ ਪਾਕਿਸਤਾਨ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਯੂਥ ਨੂੰ, ਜਿਸ ਤਰ੍ਹਾਂ ਪਹਿਲਾਂ ਸਾਡੇ ਸੀ ਅੱਤਵਾਦ ਦਾ ਸਮਾਂ ਦੇਖਿਆ ਹੈਗਾ ਜਾਂ ਹੁਣ ਨਸ਼ਿਆਂ ਦਾ, ਉਹਨਾਂ ਨੂੰ ਲੱਗਦਾ ਕਿ ਪੰਜਾਬ ਦੀ ਜਵਾਨੀ ਨੂੰ ਡੈਮੇਜ ਜਾਂ ਡੈਂਟ ਹੈ ਪਾਇਆ ਜਾ ਸਕਦਾ ਹੈ, ਔਰ ਡੈਂਟ ਪਾਉਣ ਤੋਂ ਬਾਅਦ ਜਿਹੜੀ ਇੱਕ ਖੁਰੀ ਹੋਈ ਜਵਾਨੀ ਹੋਏਗੀ ਉਹਨੂੰ ਕਿਸ ਤਰ੍ਹਾਂ ਵੀ ਕੁਰਾਹੇ ਅਸੀਂ ਪਾ ਸਕਦੇ ਹਾਂ। ਸੋ ਗੁਆਂਢੀ ਮੁਲਕਾਂ 'ਚ ਤਾਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਹੈ। ਠੀਕ ਹੈ ਕਿ ਡਰੋਨਾਂ ਵਾਲੀ ਗੱਲ ਇਹ ਅਸੀਂ ਵੀ ਕਹਿੰਦੇ ਹਾਂ, ਕੇਂਦਰ ਸਰਕਾਰ ਵੀ ਕਹਿੰਦੀ ਹੈ, ਮੁੱਖ ਮੰਤਰੀ ਭਗਵੰਤ ਮਾਨ ਵੀ ਆਖ ਚੁੱਕੇ ਨੇ ਕਿ ਡਰੋਨਾਂ ਰਾਹੀਂ ਨਸ਼ਾ ਆ ਰਿਹਾ, ਇੱਧਰੋਂ ਵੀ ਡਰੋਨ ਜਾਂਦੇ ਉੱਧਰੋਂ ਨਸ਼ਾ ਲੈ ਕੇ ਆਉਂਦੇ ਨੇ। ਕੇਂਦਰ ਸਰਕਾਰ ਨੂੰ ਉਹਨਾਂ ਨੇ ਅਪੀਲ ਵੀ ਕੀਤੀ ਹੈਗੀ ਹੈ। ਪਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਗੁਜਰਾਤ ਦੀਆਂ ਜਿਹੜੀ ਬੰਦਰਗਾਹਾਂ ਤੋਂ ਪੰਜਾਬ ਦੇ ਵਿੱਚ ਨਸ਼ਾ ਪੁੱਜ ਰਿਹਾ ਜੀ, ਬਿਲਕੁਲ। ਤਾਂ ਸਾਡੀਆਂ ਸੂਬਾ ਸਰਕਾਰਾਂ ਕੀ ਕਰਦੀਆਂ ਨੇ, ਸਾਡੀ ਭਾਰਤ ਸਰਕਾਰ ਕੀ ਕਰਦੀ ਹੈ? ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਪ੍ਰੋਗਰਾਮ ਪੰਜਾਬ ਦੇ ਵਿੱਚੋਂ ਲਿਖਿਆ ਹੋਇਆ ਸੀ ਪਹਿਲਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਕੰਪੇਨ ਕੱਢਣੀ ਹੈ, ਇੱਕ ਮਾਰਚ ਕਰਨਾ ਵੱਡਾ। ਉਹ ਇੱਕ ਸਿਆਸੀ ਮੁੱਦੇ ਦੇ ਤੌਰ ਤੇ ਲੈਂਦੇ ਹੈਗੇ ਨੇ। ਇਹ ਵੱਖਰੀ ਗੱਲ ਹੈ ਕਿ ਉਹ ਪੋਸਟਪੋਨ ਹੋ ਗਿਆ ਸੀਗਾ। ਹੁਣ ਵੀ ਨਸ਼ਿਆਂ ਦੀ ਜਿਹੜੀ ਗੱਲ ਹੈ ਪਾਰਲੀਮੈਂਟ ਦੇ ਵਿੱਚ ਵੀ ਪਿਛਲੀ ਸੈਸ਼ਨ ਦੇ ਵਿੱਚ ਚੱਲੀ ਸੀ। ਸੋ ਸੈਂਟਰ ਸਰਕਾਰ ਦੀ ਵੀ ਕਾਰਗੁਜ਼ਾਰੀ, ਜੇ ਉਹ ਈਡੀ ਭੇਜਣ ਲਈ, ਸੀਬੀਆਈ ਭੇਜਣ ਲਈ ਇੱਕ ਪਲ ਨਹੀਂ ਲਾਉਂਦੇ, ਪੰਜਾਬ ਦੇ ਵਿੱਚ ਪਹੁੰਚ ਜਾਂਦਾ ਕਿ ਕਿਹੜਾ ਬੰਦਾ ਕਰਪਟ ਹੈ, ਕਿਹੜਾ ਕੀ ਪਿਆ ਹੈ, ਤਾਂ ਉਹਨਾਂ ਨੂੰ ਨਸ਼ਾ ਤਸਕਰ ਹੈ ਜਿਹੜੇ ਉਹਨਾਂ ਬਾਰੇ ਵੀ ਪਤਾ ਹੋ ਕਿ ਸਮਗਲਰ ਕਿਹੜੇ ਹੈਗੇ ਨੇ ਸਾਡੇ। ਜੀ ਬਿਲਕੁਲ ਠੀਕ ਹੈ। ਇਸ ਤਰ੍ਹਾਂ ਸੂਬਾ ਸਰਕਾਰ ਨੂੰ ਵੀ ਦੇਖਣਾ ਪਏਗਾ। ਉਹਨਾਂ ਨੂੰ ਇਕੱਲਾ ਇਹ ਨਹੀਂ ਕਿ ਜੇ ਇੰਨੇ ਸਟੇਟਾਂ ਪਾਰ ਕਰਕੇ ਸਾਡੇ ਨਸ਼ਾ ਪਹੁੰਚ ਰਿਹਾ ਹੈ ਤਾਂ ਉਹਦੇ ਰਾਹ ਰੋਕਣੇ ਦਾ ਪੰਜਾਬ ਪੁਲਿਸ ਦਾ ਵੀ ਕੰਮ ਹੈਗਾ। ਬਿਲਕੁਲ ਠੀਕ ਹੈ ਕਿ ਉਧਰੋਂ ਬਾਰਡਰ ਪਾਰ ਤੋਂ ਵੀ ਆ ਰਿਹਾ ਹੈਗਾ, ਉਹ ਇੱਕ ਸੈਂਟਰ ਦਾ ਫਰਜ਼ ਵੀ ਨਾਲੋਂ ਨਾਲ ਬਣ ਜਾਂਦਾ ਹੈਗਾ। ਸੋ ਸੂਬਾ ਸਰਕਾਰ ਦੀ ਮੈਂ ਪਿਛਲੇ 1.5 ਸਾਲ ਦੀ ਕਾਰਗੁਜ਼ਾਰੀ ਨੂੰ ਜੇ ਦੇਖਾਂ ਤਾਂ ਇਸ ਸਰਕਾਰ ਨੇ ਵੀ ਦੇਖੋ ਰਿਕਵਰੀਆਂ ਕੀਤੀਆਂ ਨੇ ਜੀ। FIRਾਂ ਦੀ ਗਿਣਤੀ ਕੱਢ ਲਈਏ ਤਾਂ ਹੋ ਸਕਦਾ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਹੋਵੇ ਜੀ, ਪਰ ਜਿਹੜੇ 70 ਦੀ ਗਿਣਤੀ ਹੈ ਉਹ ਨਹੀਂ ਘਟੀ ਅਜੇ ਤੱਕ ਜੀ, ਉਹ ਉਸੇ ਤਰ੍ਹਾਂ ਹੀ ਜਾਰੀ ਹੈਗੀ ਹੈ। ਸੋ ਇਹ ਸਰਕਾਰ ਨੂੰ ਸਮੇਂ ਸਿਰ ਜਾਗਣਾ ਚਾਹੀਦਾ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੂੰ ਲੋਕਾਂ ਨੇ ਇਸ ਗੱਲ ਦਾ ਸੇਕ ਲਾਇਆ ਹੈਗਾ ਜੀ। ਸੋ ਇਹ ਸਰਕਾਰ ਨੂੰ ਵੀ ਭੁਗਤਣਾ ਪੈ ਸਕਦਾ ਹੈ। ਸੋ ਇਹਨਾਂ ਨੂੰ ਮੁੱਖ ਮੰਤਰੀ ਨੂੰ ਖਾਸ ਕਰਕੇ ਭਗਵੰਤ ਮਾਨ, ਜਿਸ ਤਰ੍ਹਾਂ ਉਹ ਕਰਪਸ਼ਨ ਦੇ ਖਿਲਾਫ ਲੜਾਈ ਲੜ ਰਹੇ ਨੇ, ਉਹਨਾਂ ਨੂੰ ਚਾਹੀਦਾ ਕਿ ਉਹ ਨਸ਼ਿਆਂ ਦੇ ਖਿਲਾਫ ਵੀ ਇੱਕ ਸੋਲਿਡ ਪਾਲਿਸੀ ਬਣਾਉਣ। ਪਰ ਅਜੇ ਤੱਕ ਉਹਨਾਂ ਨੇ ਕੋਈ ਇਸ ਕਿਸਮ ਦੀਆਂ ਹਦਾਇਤਾਂ, ਇੱਕ ਜਨਰਲੀ ਬਿਆਨ ਜ਼ਰੂਰ ਆਉਂਦੇ ਨੇ ਜਾਂ ਪੁਲਿਸ ਆਪਣੇ ਪੱਧਰ ਤੇ ਕੰਪੇਨ ਕਰ ਲੈਂਦੀ ਹੈਗੀ, ਪਰ ਇੰਨੇ ਨਾਲ ਇਹ ਕਾਫੀ ਨਹੀਂ। ਉਹਦੀ ਸਪਲਾਈ ਲਾਈਨ ਤੋੜਨੀ ਪਏਗੀ, ਜਿਹੜੇ ਵੱਡੇ ਤਸਕਰ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਪਏਗਾ। ਉਸ ਤੋਂ ਇਲਾਵਾ ਸਾਨੂੰ ਇਹ ਵੀ ਜਾਣਨਾ ਕਿ ਨਸ਼ਾ ਕਰਦੇ ਕੌਣ ਹੈ, ਉਹਨਾਂ ਦੇ ਕਾਰਨ ਕੀ, ਉਹਨਾਂ ਦੇ ਕਾਰਨਾਂ ਦੀ ਵੀ ਸ਼ਨਾਖਤ ਕਰਨੀ ਪਏਗੀ। ਜਦੋਂ ਅਸੀਂ ਕਹਿੰਦੇ ਕਿ ਸਾਡੇ ਮੁੰਡੇ ਸਟੱਡੀ ਵੀਜ਼ੇ ਤੇ ਬਾਹਰ ਜਾ ਰਹੇ ਨੇ ਤਾਂ ਉਹ ਇਕੱਲੀ ਬੇਰੁਜ਼ਗਾਰੀ ਕਰਕੇ ਥੋੜ੍ਹੇ ਜਾ ਰਹੇ ਨੇ ਜੀ, ਉਹਦੇ ਨਾਲ ਨਸ਼ਾ ਵੀ ਇੱਕ ਵੱਡਾ ਫੈਕਟਰ ਹੈ। ਜੇ ਅਸੀਂ ਉਧਰੋਂ ਅੰਗਰੇਜ਼ਾਂ ਨੂੰ ਬੁਲਾਉਣਾ, ਜਿਸ ਤਰ੍ਹਾਂ ਅਸੀਂ ਕਹਿਣੇ ਹੈਗੇ ਆ, ਜਾਂ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਤਾਂ ਲੋੜ ਹੋਏਗਾ। ਤੇ ਜੇ ਬੇਰੁਜ਼ਗਾਰੀ ਨੂੰ ਠੱਲ ਪਾਉਣੀ ਪਏਗੀ, ਇੱਥੇ ਇੱਕ ਮਾਹੌਲ ਜਿਹੜਾ ਨਾ ਉਮੀਦੀ ਵਾਲਾ ਹੈਗਾ, ਲੋਕਾਂ ਦੇ ਵਿੱਚ ਨਿਰਾਸ਼ਤਾ ਵਾਲਾ ਮਾਹੌਲ ਹੈ, ਉਹਨੂੰ ਖਤਮ ਕਰਨਾ ਪੈਣਾ। ਇੱਕ ਉਮੀਦੀ ਵਾਲਾ ਮਾਹੌਲ ਹੈ ਜਿਹੜਾ ਇੱਕ ਲੋਕਾਂ ਨੂੰ ਹੋਪ ਲੱਗੇ ਕਿ ਪੰਜਾਬ ਸਾਡਾ ਰੰਗਲਾ ਸੱਚਮੁੱਚ ਰਹਿਣਯੋਗ ਹੈ। ਸੋ ਇਹ ਮੌਜੂਦਾ ਸਰਕਾਰ ਇੱਕ ਬਦਲਾਅ ਵਾਲੀ ਸਰਕਾਰ ਹੈ, ਇਹ ਪੰਜਾਬ ਨੂੰ ਰੰਗਲਾ ਬਣਾਉਣਾ ਚਾਹੁੰਦੀ ਹੈ। ਤੁਹਾਨੂੰ ਇੱਕ ਉਮੀਦੀ ਵਾਲਾ, ਜਿਹੜੀ ਆਸ਼ਾ ਵਾਲਾ ਮਾਹੌਲ ਹੈ ਜਿਹੜਾ ਉਹ ਸਿਰਜਣਾ ਪਏਗਾ ਔਰ ਨਸ਼ਿਆਂ ਦੇ ਖਿਲਾਫ ਇੱਕ ਪਲੈਨਡ ਤਰੀਕੇ ਨਾਲ ਕੰਮ ਕਰਨਾ ਹੋਏਗਾ। ਜੀ ਚਰਨਜੀਤ ਜੀ, ਇਹਦੇ ਨਾਲ ਇੱਕ ਸਵਾਲ ਹੋਰ ਵੀ ਉੱਠਦਾ ਕਿ ਜਦੋਂ ਇਹੀ ਸਰਕਾਰ ਦੇ ਨੁਮਾਇੰਦੇ ਵਿਰੋਧੀ ਧਿਰ 'ਚ ਸੀ ਤਾਂ ਅਕਸਰ ਇਹ ਦੋਸ਼ ਲਾਇਆ ਕਰਦੇ ਸੀ ਵੀ ਕਿ ਨਸ਼ਿਆਂ ਦਾ ਕਾਰੋਬਾਰ ਹੈ ਉਹ ਸਿਆਸੀ ਪੁਸ਼ਤਪਨਾਹੀ ਹੇਠ ਚੱਲ ਰਿਹਾ, ਉਹ 'ਚ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਨੇ, ਅਫਸਰ ਵੀ ਸ਼ਾਮਲ ਨੇ, ਪਰ ਉਸ ਤਰ੍ਹਾਂ ਦੀ ਉਹਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਜਾਂ ਅਫਸਰਾਂ ਤੇ ਕਾਰਵਾਈ ਨਹੀਂ ਹੁੰਦੀ ਦਿਖੀ। ਇਸ ਨੂੰ ਕਿਵੇਂ ਦੇਖੋਗੇ? ਉਹਦੇ 'ਚ ਇਹੀ ਹੈ ਕਿ ਨਾ ਕਿ ਜਦੋਂ ਤੁਹਾਡੀ ਸਰਕਾਰ ਦਾ ਫੋਕਸ ਹੈ
ਉਹ ਨਸ਼ਿਆਂ ਤੇ ਹੋਏਗਾ, ਜੀ ਉਹਦੇ ਵਿੱਚ ਇੱਕ ਦਿਆਨਤਦਾਰੀ ਹੋਏਗੀ ਕਿ ਇਹ ਸਾਡਾ ਤਰਜੀਹੀ ਮੁੱਦਾ ਹੈ। ਜੀ। ਹੁਣ ਤਰਜੀਹੀ ਮੁੱਦਾ ਕੀ ਬਣ ਗਿਆ? ਕਰਪਸ਼ਨ ਬਣ ਗਿਆ। ਬਿਲਕੁਲ ਠੀਕ ਹੈ ਕਿ ਸਾਡੇ ਸਮਾਜ ਦੇ ਵਿੱਚ ਕਰਪਸ਼ਨ ਵੀ ਇੱਕ ਪੰਜਾਬ 'ਚ ਅੱਜ ਖੋਖਲਾ ਹੋਇਆ, 3.25 ਲੱਖ ਕਰੋੜ ਦਾ ਕਰਜ਼ਾ ਹੋਇਆ ਜੀ। ਹੈ, ਤਾਂ ਕਿਸੇ ਵਜ੍ਹਾ ਕਰਕੇ ਹੋਇਆ, ਬਿਲਕੁਲ ਤਾਂ ਉਹ ਵੀ ਆਇਡੈਂਟੀਫਾਈ ਕਰਨਾ ਜ਼ਰੂਰੀ ਸੀ। ਪਰ ਉਸ ਤੋਂ ਵੱਡਾ ਮਾਰੂ ਜਿਹੜੀ ਸਾਡੀ ਜਵਾਨੀ ਖਤਮ ਹੋ ਰਹੀ ਹੈ, ਸਾਡਾ ਭਵਿੱਖ ਖਤਮ ਹੋ ਰਿਹਾ ਹੈ, ਉਹਦੇ ਲਈ ਜ਼ਰੂਰੀ ਸੀ ਕਿ ਜੇ ਅਸੀਂ ਜਿਹੜੇ ਪ੍ਰੋਮਿਸ ਅਸੀਂ ਆਪੋਜੀਸ਼ਨ ਵਿੱਚ ਰਹਿ ਕੇ ਕਰਦੇ ਰਹੇ ਹਾਂ ਕਿ ਉਹਨਾਂ ਨੂੰ ਨਜਿੱਠੀਏ ਉਸ ਤਰੀਕੇ ਦੇ ਨਾਲ। ਜੀ ਖਾਸ ਕਰਕੇ ਛੋਟੀਆਂ ਮੱਛੀਆਂ ਨੂੰ ਤਾਂ ਸਾਰੇ ਪੜ੍ਹਦੇ ਸੀ, ਬਿਲਕੁਲ। ਅਕਾਲੀ ਵੀ ਪੜ੍ਹਦੇ ਸੀ, ਕਾਂਗਰਸੀ ਵੀ ਪੜ੍ਹਦੇ ਸੀ। ਲੋੜ ਇਸ ਗੱਲ ਦੀ ਹੈ ਕਿ ਜੇ ਸੱਚਮੁੱਚ ਬਦਲਾਓ ਹੈ ਤਾਂ ਅਸੀਂ ਵੱਡੀਆਂ ਮੱਛੀਆਂ ਤੋਂ ਸ਼ੁਰੂਆਤ ਕਰੀਏ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਕੁਝ ਕੀਤੇ ਵੀ ਨੇ, ਬਿਲਕੁਲ ਕੁਝ ਪੁਲਿਸ ਅਫਸਰਾਂ ਨਾਲ ਦੇ ਖਿਲਾਫ ਜਿਹੜੀ ਕਾਰਵਾਈ ਸਰਕਾਰ ਨੇ ਕੀਤੀ ਵੀ ਹੈ, ਜਿਵੇਂ ਪਿਛਲੇ ਚਰਨਜੀਤ ਚੰਨੀ ਨੇ ਵੀ ਕੀਤੀ ਸੀਗੀ, ਕੁਝ ਲੋਕਾਂ ਨੂੰ ਅੰਦਰ ਦਿੱਤਾ, ਸਿਆਸੀ ਲੋਕਾਂ ਨੂੰ। ਤਾਂ ਇਹਨਾਂ ਤੇ ਵੀ ਲੋਕ ਉਦੋਂ ਵਿਸ਼ਵਾਸ ਕਰਨਗੇ ਕਿ ਜਦੋਂ ਇਹ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿ ਆਹ ਪੋਲੀਟੀਕਲ ਲੀਡਰ ਸੀ ਵੱਡੇ ਜੀ ਕਿ ਜਿਹੜੇ ਨੇ ਪੰਜਾਬ ਦੇ ਵਿੱਚ ਚਿੱਟੇ ਦਾ ਪਸਾਰ ਕੀਤਾ ਹੈਗਾ, ਤਾਂ ਉਸ ਤੋਂ ਬਾਅਦ ਹੀ ਲੋਕਾਂ ਦਾ ਭਰੋਸਾ ਇਸ ਸਰਕਾਰ ਤੇ ਬਣੇਗਾ। ਤੇ ਸ਼ੁਰੂਆਤ ਵੱਡਿਆਂ ਤੋਂ ਕਰਕੇ ਫੇਰ ਹੀ ਹੇਠਾਂ ਤੱਕ ਆਉਂਦੀ। ਜੇ ਤੁਸੀਂ ਇਕੱਲੇ ਨਸ਼ੇੜੀਆਂ ਨੂੰ ਫੜਫੜ ਜੇਲ੍ਹਾਂ ਦੇ ਵਿੱਚ ਤੁੰਨਣਾ ਹੈ, ਫਿਰ ਤੁਹਾਡੇ ਤੇ ਉਹਨਾਂ ਦੇ ਵਿੱਚ ਕੀ ਫਰਕ ਹੀ ਰਹਿ ਜਾਂਦਾ ਹੈ। ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।